ਸਤਿ ਸ਼੍ਰੀ ਅਕਾਲ ਦੋਸਤੋ। ਅੱਜ ਅਸੀਂ ਇੱਕ ਨਵਾਂ ਚੈਪਟਰ ਸ਼ੁਰੂ ਕਰਾਂਗੇ ਜੀ। ਅਧਿਆਇ 13 ਸ਼ਾਹੀ ਚੋਲ ਇੰਪੀਰੀਅਲ ਚੋਲਾਸ। ਸ਼ਾਹੀ ਚੋਲ ਅਸੀਂ ਪੜ੍ਹਿਆ ਕਿ ਸੰਗਮ ਕਾਲ ਦੇ ਦੌਰਾਨ ਨਾ ਈਸਾ ਤੋਂ 300 ਸਾਲ ਪਹਿਲਾਂ ਤੇ 300 ਸਾਲ ਬਾਅਦ ਵਿੱਚ ਸਾਊਥ ਇੰਡੀਆ ਵਿੱਚ 3 ਕਿੰਗਡਮ ਜ਼ਿਆਦਾ ਸੀ, ਚੋਲ, ਪਾਂਡਿਆ ਤੇ ਚੇਰਾ। ਫਿਰ ਬਾਅਦ ਵਿੱਚ ਹੋਰ ਕਿੰਗਡਮਸ ਜਿਵੇਂ ਪੱਲਵਾਸ ਆ ਗਏ, ਪੱਲਵ ਆ ਗਏ, ਚਲੁਕਿਆਂ ਦਾ ਵੀ ਦਬਦਬਾ ਰਿਹਾ। ਫਿਰ ਨਾ 9ਵੀਂ 10ਵੀਂ ਸ਼ਤਾਬਦੀ ਵਿੱਚ ਜਾ ਕੇ ਨਾ ਜਿਹੜੇ ਚੋਲ ਸੀਗੇ ਉਹ ਫਿਰ ਰਾਈਜ਼ ਕੀਤੇ। ਸ਼ਾਹੀ ਚੋਲ ਇਹਨਾਂ ਨੂੰ ਸ਼ਾਹੀ ਇਸ ਲਈ ਕਹਿੰਦੇ ਆ ਕਿਉਂਕਿ ਇਹਨਾਂ ਦਾ ਰਾਜ ਖੇਤਰ ਬਹੁਤ ਵੱਡਾ ਸੀ। ਸ਼੍ਰੀਲੰਕਾ ਤੱਕ ਵੀ ਇਹਨਾਂ ਦਾ ਸੀਗਾ ਦਬਦਬਾ। ਉੱਤਰ ਭਾਰਤ ਵਿੱਚ ਵੀ ਕਾਫੀ ਅੱਗੇ ਤੱਕ ਆ ਗਏ ਸੀ ਇਹ। ਤੇ ਇਹਨਾਂ ਬਾਰੇ ਅਸੀਂ ਪੜ੍ਹਾਂਗੇ ਜੀ। ਸ਼ਾਹੀ ਚੋਲ ਇੰਪੀਰੀਅਲ ਚੋਲਾਸ। ਸੰਗਮ ਕਾਲ ਦੇ ਪਤਨ ਤੋਂ ਬਾਅਦ ਚੋਲ ਉਰੈਯੂਰ ਵਿੱਚ ਜਾਗੀਰਦਾਰ ਬਣ ਗਏ। ਇੱਕ ਏਰੀਆ ਇਹਨਾਂ ਦੇ ਅੰਦਰ ਆਉਂਦਾ ਸੀ, ਪਰ ਹੁਣ ਇਹਨਾਂ ਦਾ ਸਾਮਰਾਜ ਨਹੀਂ ਰਿਹਾ ਸੀ। ਉਹ 9ਵੀਂ ਸਦੀ ਵਿੱਚ ਫਿਰ ਪ੍ਰਮੁੱਖ ਬਣ ਗਏ ਅਤੇ ਦੱਖਣੀ ਭਾਰਤ ਦੇ ਵੱਡੇ ਹਿੱਸੇ ਨੂੰ ਆਪਣੇ ਰਾਜ ਵਿੱਚ ਸ਼ਾਮਲ ਕਰਦੇ ਹੋਏ ਇੱਕ ਸਾਮਰਾਜ ਦੀ ਸਥਾਪਨਾ ਕੀਤੀ। ਫਿਰ ਇਹਨਾਂ ਨੇ ਇੱਕ ਸਾਮਰਾਜ ਬਣਾ ਲਿਆ। ਉਹਨਾਂ ਦੀ ਰਾਜਧਾਨੀ ਤੰਜੋਰ ਸੀ। ਕਿਹੜੀ ਸੀ? ਤੰਜੋਰ। ਉਹਨਾਂ ਨੇ ਸ਼੍ਰੀਲੰਕਾ ਅਤੇ ਮਾਲੇ ਪ੍ਰਾਇਦੀਪ, ਮਾਲੇ ਕਿਹੜਾ? ਮਲੇਸ਼ੀਆ ਵਾਲਾ ਏਰੀਆ, ਉੱਥੇ ਤੱਕ ਵੀ ਜਿੱਤਾਂ ਪ੍ਰਾਪਤ ਕੀਤੀਆਂ ਸਨ। ਇਸ ਲਈ ਉਹਨਾਂ ਨੂੰ ਸ਼ਾਹੀ ਚੋਲ ਕਿਹਾ ਜਾਂਦਾ ਹੈ। ਅਸੀਂ ਗੱਲ ਕੀਤੀ ਇਹਨਾਂ ਨੂੰ ਇੰਪੀਰੀਅਲ ਚੋਲਾਸ ਜਾਂ ਸ਼ਾਹੀ ਚੋਲ ਵੀ ਕਹਿੰਦੇ ਆ ਕਿਉਂਕਿ ਇਹਨਾਂ ਨੇ ਬਹੁਤ ਦੂਰ ਤੱਕ ਜਿੱਤਾਂ ਪ੍ਰਾਪਤ ਕੀਤੀਆਂ ਸਨ, ਸ਼੍ਰੀਲੰਕਾ, ਮਲੇਸ਼ੀਆ ਤੱਕ ਵੀ। ਮੰਦਰਾਂ ਵਿੱਚ ਮਿਲੇ ਹਜ਼ਾਰਾਂ ਸ਼ਿਲਾਲੇਖ ਚੋਲ ਕਾਲ ਦੀ ਆਰਥਿਕਤਾ, ਸੱਭਿਆਚਾਰ, ਪ੍ਰਸ਼ਾਸਨ ਅਤੇ ਸਮਾਜ ਬਾਰੇ ਵਿਸਤ੍ਰਿਤ ਜਾਣਕਾਰੀ ਪ੍ਰਦਾਨ ਕਰਦੇ ਹਨ। ਸ਼ਿਲਾਲੇਖ ਮੰਦਰਾਂ ਦੇ ਵਿੱਚ ਜਿਹੜੇ ਸ਼ਿਲਾਲੇਖ ਮਿਲੇ ਆ ਉਹ 'ਚ ਕਾਫੀ ਕੁਝ ਲਿਖਿਆ ਆ। ਉੱਥੋਂ ਦੀਆਂ ਮੂਰਤੀਆਂ ਤੋਂ ਵੀ ਕਾਫੀ ਕੁਝ ਪਤਾ ਲੱਗਦਾ, ਪੇਂਟਿੰਗ ਤੋਂ ਕਾਫੀ ਕੁਝ ਪਤਾ ਲੱਗਦਾ। ਇੰਪੀਰੀਅਲ ਚੋਲ ਦਾ ਮੋਢੀ ਵਿਜੇਲਿਆ ਸੀ, ਠੀਕ ਹੈ ਜੀ। ਫਿਰ ਉਸ ਤੋਂ ਬਾਅਦ ਕਈ ਹੋਰ ਰਾਜੇ ਹੋਏ ਤਾਂ ਫਿਰ ਮੇਨ ਪਹਿਲਾ ਰਾਜਾ, ਵੱਡਾ ਰਾਜਾ ਕਿਹੜਾ ਹੋਇਆ? ਰਾਜਾ ਫਸਟ 1985 to 1014 ਈਸਵੀ। ਠੀਕ, ਮੀਨ 10ਵੀਂ 11ਵੀਂ ਸ਼ਤਾਬਦੀ, 10ਵੀਂ ਦਾ ਅੰਤ, 11ਵੀਂ ਦਾ ਸ਼ੁਰੂਆਤ। ਰਾਜਾ ਪਹਿਲੇ ਅਤੇ ਉਸਦੇ ਪੁੱਤਰ ਰਾਜੇਂਦਰ ਪਹਿਲੇ ਦੇ ਅਧੀਨ ਜਿਹੜੀ ਚੋਲ ਸ਼ਕਤੀ ਸੀ ਉਹ ਆਪਣੀ ਪੂਰੇ ਸਿਖਰ ਤੇ, ਉਹਨਾਂ ਦੀ ਸ਼ਾਨ ਪੂਰੇ ਉੱਚੇ ਸਥਾਨ ਤੇ ਪਹੁੰਚ ਗਈ, ਸਿਖਰ ਤੇ ਪਹੁੰਚ ਗਈ ਸੀ। ਰਾਜਾ ਪਹਿਲਾ ਤੇ ਉਸਦੇ ਪੁੱਤਰ ਰਾਜੇਂਦਰ ਪਹਿਲੇ। ਰਾਜਾ ਪਹਿਲੇ ਨੇ ਕਾਫੀ ਜਿੱਤਾਂ ਪ੍ਰਾਪਤ ਕੀਤੀਆਂ ਤੇ ਉਸਦੇ ਪੁੱਤਰ ਰਾਜੇਂਦਰ ਪਹਿਲੇ ਨੇ ਹੋਰ ਖੇਤਰ ਆਪਣੇ ਸਾਮਰਾਜ ਵਿੱਚ ਜੋੜ ਲਿਆ। ਉਹਨਾਂ ਦੀਆਂ ਫੌਜੀ ਜਿੱਤਾਂ ਇਸ ਪ੍ਰਕਾਰ ਹਨ। ਪਹਿਲਾਂ ਅਸੀਂ ਗੱਲ ਕਰਾਂਗੇ ਰਾਜਾ ਚੋਲ ਪਹਿਲਾ, ਉਸ ਦੀਆਂ ਫੌਜੀ ਜਿੱਤਾਂ। ਤੁਸੀਂ ਡਿਟੇਲ 'ਚ ਨਹੀਂ ਪੜ੍ਹਨਾ, ਮੇਨ ਆਈਡੀਆ ਜਿਹਾ ਲੈ ਲੈਣਾ। ਕੰਦਲੁਰਸ ਲਾਈ ਦੀ ਜਲ ਸੈਨਾ ਦੀ ਲੜਾਈ ਵਿੱਚ ਚੇਰਾ ਸ਼ਾਸਕ ਭਾਸਕਰਾਰਵਿਵਰਮਨ ਦੀ ਹਾਰ ਅਤੇ ਚੇਰਾ ਜਲ ਸੈਨਾ ਦਾ ਵਿਨਾਸ਼। ਕਹਿਣ ਦਾ ਮਤਲਬ ਚੇਰਾ ਏਰੀਆ ਵੀ ਇਹਨਾਂ ਦੇ ਕੋਲ ਆ ਗਿਆ। ਚੇਰਾ ਮੀਨ ਆਪਣਾ ਕੇਰਲਾ ਵਾਲਾ ਚੇਰਾ ਸਾਮਰਾਜ ਸੀ ਇੱਥੇ, ਉਹ ਵੀ ਇਹਨਾਂ ਦੇ ਕੰਟਰੋਲ ਵਿੱਚ ਆ ਗਿਆ। ਫਿਰ ਪਾਂਡਿਆ ਸ਼ਾਸਕ ਅਮਰਭੁਜੰਗ ਦੀ ਹਾਰ ਅਤੇ ਪਾਂਡਿਆ ਦੇਸ਼ ਵਿੱਚ ਚੋਲ ਅਧਿਕਾਰ ਦੀ ਸਥਾਪਨਾ। ਹੁਣ ਪਾਂਡਿਆ ਵੀ ਇਹਨਾਂ ਦੇ ਅੰਤਰਗਤ ਆ ਗਏ, ਠੀਕ ਹੈ ਜੀ। ਮੈਸੂਰ ਖੇਤਰ ਵਿੱਚ ਜਿੱਤ, ਮੈਸੂਰ ਵੀ ਜਿੱਤ ਲਿਆ। ਸ਼੍ਰੀਲੰਕਾ ਉੱਤੇ ਹਮਲਾ ਜੋ ਉਸਦੇ ਪੁੱਤਰ ਰਾਜੇਂਦਰ ਨੂੰ ਸੌਂਪਿਆ ਗਿਆ ਸੀ। ਦੇਖੋ, ਸ਼੍ਰੀਲੰਕਾ ਤੇ ਹਮਲਾ ਕੀਤਾ ਸੀ ਰਾਜਾ ਚੋਲ 1 ਨੇ, ਪਰ ਉਸ ਵੇਲੇ ਲੜਨ ਕੌਣ ਗਿਆ ਸੀ? ਉਸ ਦਾ ਪੁੱਤਰ ਰਾਜੇਂਦਰ। ਉਹਨਾਂ ਨੇ ਸ਼੍ਰੀਲੰਕਾ ਦਾ ਰਾਜਾ ਮਹਿੰਦਾ ਪੰਜਵਾਂ ਉਹ ਹਰਾਤਾ ਤੇ ਇਹ ਮਹਿੰਦਾ ਪੰਜਵਾਂ ਆਪਣੇ ਦੇਸ਼ ਤੋਂ ਭੱਜ ਗਿਆ। ਚੋਲਾਂ ਨੇ ਉੱਤਰੀ ਸ਼੍ਰੀਲੰਕਾ ਨੂੰ ਆਪਣੇ ਨਾਲ ਮਿਲਾ ਲਿਆ।
ਨਾਰਦਰਨ ਸ਼੍ਰੀਲੰਕਾ ਮਿਲ ਗਿਆ। ਇਹ ਚੇਤਾ ਰੱਖਿਓ। ਪਹਿਲਾਂ ਉੱਤਰੀ ਸ਼੍ਰੀਲੰਕਾ ਨੂੰ ਆਪਣੇ ਕਬਜ਼ੇ 'ਚ ਲਿਆ ਸੀ। ਬਾਅਦ ਵਿੱਚ ਰਾਜਾ ਦੇ ਪੁੱਤਰ ਰਾਜੇਂਦਰ ਨੇ ਪੂਰੇ ਸ਼੍ਰੀਲੰਕਾ 'ਤੇ ਕਬਜ਼ਾ ਕਰ ਲਿਆ ਸੀ। ਕਲਿਆਣੀ ਦੇ ਪੱਛਮੀ ਚਾਲੁਕਿਆਂ ਦੀ ਵੱਧ ਰਹੀ ਸ਼ਕਤੀ ਉੱਤੇ ਚੋਲ ਨੇ ਜਿੱਤ ਪ੍ਰਾਪਤ ਕੀਤੀ। ਵੈਸਟਰਨ ਚਾਲੁਕਿਆਂ ਨੂੰ ਵੀ ਹਰਾਇਆ। ਠੀਕ। ਰਾਜਾ ਦੀ ਆਖਰੀ ਫੌਜੀ ਪ੍ਰਾਪਤੀ ਮਾਲਦੀਵ ਟਾਪੂਆਂ ਦੇ ਵਿਰੁੱਧ ਇੱਕ ਜਲ ਸੈਨਾ ਮੁਹਿੰਮ ਸੀ। ਇਹਨਾਂ ਨੂੰ ਵੀ ਜਿੱਤ ਲਿਆ ਗਿਆ ਸੀ। ਮਾਲਦੀਵ ਟਾਪੂ ਸ਼੍ਰੀਲੰਕਾ ਤੋਂ ਥੋੜ੍ਹੇ ਥੱਲੇ ਨੂੰ ਮਾਲਦੀਵ ਟਾਪੂ ਆ, ਇਹ ਇੱਥੇ ਤੱਕ ਵੀ ਪਹੁੰਚ ਗਏ, ਜਿੱਤ ਲਿਆ। ਰਾਜਾ ਪਹਿਲਾ ਸ਼ੈਵ ਧਰਮ ਦਾ ਪੱਕਾ ਸ਼ਰਧਾਲੂ ਸੀ। ਸ਼ਿਵ ਜੀ ਨੂੰ ਮੰਨਦਾ ਸੀ ਜੀ ਇਹ। ਉਸਨੇ 1010 ਈਸਵੀ ਵਿੱਚ ਤੰਜੌਰ ਵਿਖੇ ਮਸ਼ਹੂਰ ਰਾਜੇਸ਼ਵਰ ਮੰਦਰ ਜਾਂ ਬ੍ਰਿਹਦੀਸ਼ਵਰ ਮੰਦਰ ਦਾ ਨਿਰਮਾਣ ਪੂਰਾ ਕੀਤਾ। ਇਹ ਬਹੁਤ ਇੰਪੋਰਟੈਂਟ ਮੰਦਰ ਆ। ਰਾਜੇਸ਼ਵਰ ਮੰਦਰ ਵੀ ਕਹਿੰਦੇ ਇਹਨੂੰ, ਜਾਂ ਬ੍ਰਿਹਦੀਸ਼ਵਰ ਮੰਦਰ। ਬ੍ਰਿਹਦੀਸ਼ਵਰ ਮੇਨ ਨਾਮ ਆ, ਕਿਉਂਕਿ ਰਾਜਾ ਵਨ ਨੇ ਬਣਾਇਆ ਸੀ, ਇਸ ਲਈ ਇਹਨੂੰ ਰਾਜੇਸ਼ਵਰ ਮੰਦਰ ਵੀ ਕਹਿੰਦੇ ਆ। ਠੀਕ। ਅਤੇ ਉਸਨੇ ਨਾਗਨਾਟਿਨਮ ਵਿਖੇ ਇੱਕ ਬੋਧੀ ਮੱਠ ਦੇ ਨਿਰਮਾਣ ਵਿੱਚ ਵੀ ਮਦਦ ਕੀਤੀ। ਮਤਲਬ ਬੁੱਧਾਂ ਦੇ ਜਿਹੜਾ ਉਹਨਾਂ ਦਾ ਹੈਗਾ ਆ ਮੱਠ, ਉਸ ਦੇ ਬਣਾਉਣ ਵਿੱਚ ਵੀ ਹੈਲਪ ਕੀਤੀ। ਉਹਨਾਂ ਨੂੰ ਵੀ ਸਹਿਯੋਗ ਦਿੱਤਾ। ਨਾਗਨਾਟਿਨਮ ਰਾਜਾ ਵਨ। ਠੀਕ। ਆਹ ਦੇਖ ਲਓ ਜੀ, ਬ੍ਰਿਹਦੀਸ਼ਵਰ ਟੈਂਪਲ। ਇਹ ਸਾਊਥ ਇੰਡੀਅਨ ਟੈਂਪਲ ਦੀ ਇੱਕ ਬਹੁਤ ਹੀ ਬੇਮਿਸਾਲ ਐਗਜ਼ਾਮਪਲ ਹੈ ਜੀ। ਇਹਦੇ ਵਿੱਚ ਕੀ ਹੁੰਦਾ ਨਾ, ਜਿਹੜਾ ਆ ਸ਼ਿਖਰ, ਮੇਨ ਸ਼ਰਾਈਨ ਦੇ ਉੱਤੇ ਜਿਹੜਾ ਸ਼ਿਖਰ ਆ ਉਹ ਕਾਫੀ ਉੱਚਾ ਹੁੰਦਾ, ਬਹੁਤ ਹੀ ਉੱਚਾ। ਆਹ ਦੇਖੋ, ਆਹ ਲੋਕ ਆ ਖੜੇ, ਤਾਂ ਤੁਸੀਂ ਦੇਖ ਸਕਦੇ ਕਿ ਆਹ ਕਿੱਡਾ ਵੱਡਾ ਜੀ ਸ਼ਿਖਰ। ਇਸ ਲਈ ਇਹਨੂੰ ਵਿਮਾਨ ਵੀ ਕਹਿੰਦੇ ਆ। ਠੀਕ ਹੈ ਜੀ। ਇਹਦੇ ਉੱਤੇ ਪੱਥਰ ਦੇਖੋ ਇੱਕ ਪਿਆ ਆ, ਪੱਥਰ ਆ, ਇਹ ਪੱਥਰ ਵੀ ਬਹੁਤ ਭਾਰਾ ਆ। ਹੁਣ ਗੱਲ ਉੱਠਦੀ ਆ ਵੀ ਇਹ ਪੱਥਰ ਇੱਥੇ ਤੱਕ ਕਿੱਦਾਂ ਰੱਖਿਆ ਹੋਊਗਾ, ਇੰਨਾ ਵੱਡਾ ਪੱਥਰ। ਤੇ ਕੋਈ ਕਹਿੰਦੇ ਆ ਕਿ ਇੱਥੋਂ ਨਾ 2-3 ਕਿਲੋਮੀਟਰ ਦੂਰ ਇੱਕ ਪਹਾੜੀ ਆ, ਉਹ ਪਹਾੜੀ ਤੋਂ ਇੱਥੇ ਤੱਕ ਪੁਲ ਬਣਾਇਆ ਗਿਆ ਹੋਣਾ, ਤੇ ਪੁਲ ਦੇ ਉੱਤੇ ਰੇੜਦੇ ਹੋਏ ਨਾ ਰੇੜ ਕੇ ਇਹ ਪੱਥਰ ਇੱਥੇ ਰੱਖਿਆ ਹੋਣਾ। ਇਹ ਵੀ ਇੱਕ ਗੱਲ ਕਹੀ ਜਾਂਦੀ ਆ। ਤੇ ਦੂਸਰੀ ਗੱਲ ਆ ਜੀ, ਇਹ ਮੰਦਿਰ ਦੀਆਂ 4 ਦੀਵਾਰੀਆਂ ਹੁੰਦੀਆਂ ਸੀ। ਉੱਤਰ ਭਾਰਤ ਦੇ ਮੰਦਿਰ ਦੀਆਂ 4 ਦੀਵਾਰੀਆਂ ਨਹੀਂ ਹੁੰਦੀਆਂ, ਇਹਨਾਂ ਦੀਆਂ ਕੀ ਸੀ, ਪ੍ਰੋਪਰ 4 ਦੀਵਾਰੀ, ਪੂਰੀ ਕੰਧ ਬਣਾਈ ਗਈ। ਐਂਟਰੈਂਸ ਵਿੱਚ ਆਹ ਦੇਖੋ ਗੋਪੂਰਾਮ ਵਗੈਰਾ, ਐਂਟਰੈਂਸ ਗੇਟਵੇ ਵੀ ਕਾਫੀ ਇਹਨਾਂ ਦੇ ਵੱਡੇ ਹੁੰਦੇ ਆ। ਇੱਥੇ 2 ਦਵਾਰਪਾਲਕ ਵੀ ਖੜੇ ਆ। ਠੀਕ। ਇਸ ਤੋਂ ਅੱਗੇ ਇੱਥੇ ਮੰਡਪ ਹੁੰਦਾ ਆ, ਮੰਡਪ ਜਿੱਥੇ ਜਨਤਾ ਬੈਠਦੀ ਹੋਏਗੀ। ਇਸ ਤਰ੍ਹਾਂ ਨਾ ਮੰਦਿਰ ਆ ਪੂਰਾ ਇਹ। ਹੋਰ ਇਹਦੀ ਡਿਟੇਲ ਪੜ੍ਹਾਂਗੇ ਆਪਾਂ NCERT ਵਿੱਚ। ਇੱਥੋਂ ਤੁਸੀਂ ਮੇਨ ਅੰਦਾਜ਼ਾ ਲਾ ਲੈਣਾ। ਤੇ ਬ੍ਰਿਹਦੀਸ਼ਵਰ ਟੈਂਪਲ ਕਿਹਨੇ ਬਣਾਇਆ, ਰਾਜਾ ਵਨ ਨੇ। ਹੁਣ ਉਹਦੇ ਮੁੰਡੇ ਦੀ ਗੱਲ ਕਰਦੇ ਹਾਂ ਜੀ, ਰਾਜੇਂਦਰ ਪਹਿਲਾ। 1012 ਤੋਂ 1044 ਈਸਵੀ। ਰਾਜੇਂਦਰ ਪਹਿਲਾ। ਠੀਕ। ਰਾਜੇਂਦਰ ਨੇ ਆਪਣੇ ਪਿਤਾ ਦੀਆਂ ਮੁਹਿੰਮਾਂ ਵਿੱਚ ਹਿੱਸਾ ਲੈ ਕੇ ਆਪਣੀ ਫੌਜੀ ਯੋਗਤਾ ਦਾ ਪ੍ਰਦਰਸ਼ਨ ਕੀਤਾ ਸੀ। ਜਦੋਂ ਪਿਤਾ ਨੇ ਸ਼੍ਰੀਲੰਕਾ ਵੱਲ ਸੈਨਾ ਭੇਜੀ ਤਾਂ ਕਿਹਦੇ ਨੇਤਰਤਵ 'ਚ ਭੇਜੀ ਸੀ, ਆਪਣੇ ਮੁੰਡੇ ਰਾਜੇਂਦਰ ਦੇ। ਤਾਂ ਇਸ ਨੇ ਇਹਨਾਂ ਮੁਹਿੰਮਾਂ ਵਿੱਚ ਹਿੱਸਾ ਲੈ ਕੇ ਇਹ ਸਾਬਿਤ ਕੀਤਾ ਕਿ ਮੈਂ ਵੀ ਯੋਗ ਸੈਨਾਪਤੀ ਹਾਂ, ਮੈਂ ਵੀ ਯੋਗ ਸ਼ਾਸਕ ਹਾਂ। ਉਸਨੇ ਆਪਣੇ ਪਿਤਾ ਦੀ ਹਮਲਾਵਰ ਜਿੱਤਾਂ ਅਤੇ ਵਿਸਤਾਰ ਦੀ ਨੀਤੀ ਨੂੰ ਜਾਰੀ ਰੱਖਿਆ। ਠੀਕ। ਹੋਰ ਵਧਾਇਆ, ਹੋਰ ਜਿੱਤਾਂ ਪ੍ਰਾਪਤ ਕੀਤੀਆਂ। ਉਸਦੇ ਮਹੱਤਵਪੂਰਨ ਯੁੱਧ ਸਨ। ਕਿੱਥੇ ਦੇਖੋ ਉਸਨੇ ਜਿੱਤਾਂ ਕੀਤੀਆਂ। ਸ਼੍ਰੀਲੰਕਾ ਦੇ ਰਾਜਾ ਮਹਿੰਦਾ ਪੰਜਵੇਂ ਨੇ ਸਿਲੋਨ ਦੇ ਉੱਤਰੀ ਹਿੱਸੇ ਨੂੰ ਚੋਲਾਂ ਤੋਂ ਮੁੜ ਪ੍ਰਾਪਤ ਕਰਨ ਦੀ ਕੋਸ਼ਿਸ਼ ਕੀਤੀ। ਦੇਖੋ, ਸਿਲੋਨ ਸ਼੍ਰੀਲੰਕਾ ਨੂੰ ਹੀ ਕਹਿੰਦੇ ਸੀਗੇ। 1972 ਤੱਕ ਇਹਨੂੰ ਸਿਲੋਨ ਹੀ ਕਹਿੰਦੇ ਸੀ। ਤਾਂ ਆਪਾਂ ਪੜ੍ਹਿਆ ਕਿ ਸਿਲੋਨ ਦਾ ਉੱਤਰੀ ਹਿੱਸਾ ਰਾਜਾ ਇੱਕ ਨੇ ਆਪਣੇ ਕਬਜ਼ੇ ਵਿੱਚ ਲੈ ਲਿਆ। ਹੁਣ ਉੱਥੋਂ ਦਾ ਜਿਹੜਾ ਰਾਜਾ ਸੀ, ਰਾਜਾ ਮਹਿੰਦਾ ਪੰਜਵਾਂ, ਉਸਨੇ ਇਹ ਹਿੱਸਾ ਆਪਣੇ ਕੋਲ ਮੁੜ ਵਾਪਸ ਲੈਣ ਲਈ ਕੋਸ਼ਿਸ਼ ਕੀਤੀ, ਪਰ ਰਾਜੇਂਦਰ ਨੇ ਉਸਨੂੰ ਹਰਾ ਦਿੱਤਾ ਅਤੇ ਦੱਖਣੀ ਸ਼੍ਰੀਲੰਕਾ ਉੱਤੇ ਵੀ ਕਬਜ਼ਾ ਕਰ ਲਿਆ। ਇਸ ਤਰ੍ਹਾਂ ਸਾਰਾ ਸ਼੍ਰੀਲੰਕਾ ਚੋਲ ਸਾਮਰਾਜ ਦਾ ਹਿੱਸਾ ਬਣਾ ਦਿੱਤਾ ਗਿਆ।
पूरा पूरा श्रीलंका चोल साम्राज्य के अंदर आ गया। उसने चेरा ਅਤੇ ਪਾਂਡਿਆਂ ਉੱਤੇ चोल के अधिकार ਨੂੰ ਕਾਬਜ ਰੱਖਿਆ। ਹੁਣ चेरा ਤੇ ਪਾਂਡਿਆ ਇਹਨਾਂ ਨੇ भी कोशिश की अपना हिस्सा वापस लैण दी, पर इसने राजेंद्र ने अपना अधिकार काबज रखिया। राजेंद्र ने पश्चिमी चालुक्या ਦੇ राजे ਜੈਸਿਮਾ ਦੂਜੇ ਨੂੰ ਹਰਾਇਆ ਅਤੇ ਤੁੰਗਭਦਰਾ ਨਦੀ ਨੂੰ ਚੋਲਾਂ ਅਤੇ ਚਾਲੁਕਿਆਂ ਵਿਚਕਾਰ ਸੀਮਾ ਵਜੋਂ ਮਾਨਤਾ ਦਿੱਤੀ ਗਈ। ਚਾਲੁਕਿਆ ਦੇ ਰਾਜਾ ਨੂੰ ਹਰਾ ਵੀ ਦਿੱਤਾ ਤੇ ਤੁੰਗਭਦਰਾ ਨਦੀ ਨੂੰ ਕਹਿਤਾ ਕਿ ਤੁਹਾਡੇ ਤੇ ਸਾਡੇ ਵਿੱਚ ਕੀ ਹੈ, ਇਹ ਬਾਉਂਡਰੀ ਆ। ਕਿੰਨਾ ਚੋਲਾਂ ਤੇ ਚਾਲੁਕਿਆਂ ਦੇ ਵਿਚਕਾਰ ਇਹ ਸਾਡੀ ਕੀ ਹੈ, ਇਹ ਇਹਨਾਂ ਦੀ ਹੈ ਬਾਉਂਡਰੀ, ਸੀਮਾ। ਉਸ ਦਾ ਸਭ ਤੋਂ ਮਸ਼ਹੂਰ ਫੌਜੀ ਉਦਮ ਉੱਤਰੀ ਭਾਰਤ ਦੀ ਉਸਦੀ ਮੁਹਿੰਮ ਸੀ। ਉਹ ਉੱਤਰ ਭਾਰਤ ਵਿੱਚ ਵੀ ਆਇਆ, ਕਿੱਥੋਂ ਦੱਖਣ ਤੋਂ ਉੱਤਰ ਵੱਲ ਵੀ ਆਇਆ ਤੇ ਚੋਲ ਸੈਨਾ ਨੇ ਰਸਤੇ ਵਿੱਚ ਕਈ ਸ਼ਾਸਕਾਂ ਨੂੰ ਹਰਾ ਕੇ ਗੰਗਾ ਨੂੰ ਪਾਰ ਕੀਤਾ, ਗੰਗਾ ਦਰਿਆ ਨੂੰ ਵੀ ਪਾਰ ਕੀਤਾ। ਰਾਹ 'ਚ ਜਿਹੜੇ ਰਾਜੇ ਆਉਂਦੇ ਗਏ ਉਹਨਾਂ ਨੂੰ ਹਰਾਇਆ ਤੇ ਗੰਗਾ ਨੂੰ ਵੀ ਪਾਰ ਕਰ ਲਿਆ। ਇੰਨਾ ਏਰੀਆ ਉਹਨਾਂ ਨੇ ਆਪਣੇ ਕਬਜ਼ੇ 'ਚ ਕਰ ਲਿਆ। ਰਾਜੇਂਦਰ ਨੇ ਬੰਗਾਲ ਦੇ ਮਹਿਪਾਲ ਪਹਿਲੇ ਨੂੰ ਹਰਾਇਆ, ਬੰਗਾਲ ਦੇ ਰਾਜੇ ਨੂੰ ਵੀ ਹਰਾਤਾ। ਹੁਣ ਤੁਸੀਂ ਸੋਚ ਲਓ ਇਹਨਾਂ ਦੇ ਅੰਦਰ ਕਿੰਨਾ ਏਰੀਆ ਆਂਦਾ ਹੋਏਗਾ। ਇਸ ਸਫਲ ਉੱਤਰ ਭਾਰਤ ਦੀ ਮੁਹਿੰਮ ਦੀ ਯਾਦ ਵਿੱਚ ਰਾਜੇਂਦਰ ਨੇ ਗੰਗਾਈ ਕੋਂਡਾ ਚੋਲਾਪੁਰਮ ਸ਼ਹਿਰ ਦੀ ਸਥਾਪਨਾ ਕੀਤੀ। ਕਿਹੜਾ? ਗੰਗਾਈ ਕੋਂਡਾ ਚੋਲਾਪੁਰਮ ਸ਼ਹਿਰ। ਇਹ ਨਗਰ ਵਸਾਇਆ ਤਮਿਲਨਾਡੂ ਵਿੱਚ ਹੀ ਹੈ ਅਤੇ ਉਸ ਸ਼ਹਿਰ ਵਿੱਚ ਪ੍ਰਸਿੱਧ ਰਾਜੇਸ਼ਵਰਮ ਮੰਦਰ ਦਾ ਨਿਰਮਾਣ ਕੀਤਾ। ਮੰਦਰ ਵੀ ਬਣਾਇਆ। ਕਿਹੜਾ ਮੰਦਰ? ਰਾਜੇਸ਼ਵਰਮ ਮੰਦਰ। ਇਹ ਕਿਹਨੇ ਬਣਾਇਆ? ਰਾਜੇਂਦਰ ਨੇ। ਰਾਜਾ ਬਣ ਦੇ ਮੁੰਡੇ ਰਾਜੇਂਦਰ ਨੇ ਰਾਜੇਸ਼ਵਰਮ ਮੰਦਰ ਬਣਾਇਆ ਗੰਗਾਈ ਕੋਂਡਾ ਚੋਲਾਪੁਰਮ ਵਿਖੇ। ਉਸਨੇ ਸ਼ਹਿਰ ਦੇ ਪੱਛਮੀ ਪਾਸੇ ਚੋਲਾ ਗੰਗਮ ਨਾਮਕ ਇੱਕ ਵੱਡੇ ਸਿੰਚਾਈ ਟੈਂਕ ਦੀ ਖੁਦਾਈ ਵੀ ਕਰਵਾਈ। ਚੋਲਾ ਗੰਗਮ ਨਾਮਕ ਇੱਕ ਵੱਡਾ ਜਿਹਾ ਤਲਾਬ ਵੀ ਬਣਾਇਆ। ਸਿੰਚਾਈ ਟੈਂਕ ਮਤਲਬ ਤਲਾਬ, ਉਸ ਦੀ ਖੁਦਾਈ ਵੀ ਕਰਵਾਈ ਤਾਂ ਕਿ ਪਾਣੀ ਇੱਥੇ ਜਮ੍ਹਾਂ ਹੋ ਸਕੇ ਤੇ ਸਿੰਚਾਈ ਲਈ ਵਰਤਿਆ ਜਾ ਸਕੇ। ਰਾਜੇਂਦਰ ਦਾ ਇੱਕ ਹੋਰ ਮਸ਼ਹੂਰ ਉਦਮ ਕਦਰਮ ਜਾਂ ਸ਼੍ਰੀ ਵਿਜਯਾ। ਕਦਰਮ ਜਾਂ ਸ਼੍ਰੀ ਵਿਜਯਾ ਇਹ ਰਾਜੇ ਦਾ ਨਾਂ ਸੀ। ਕਿੱਥੋਂ ਦਾ ਰਾਜਾ ਸੀ ਇਹ? ਇੰਡੋਨੇਸ਼ੀਆ ਦਾ। ਇੱਥੋਂ ਕਿਸ਼ਤੀਆਂ ਰਾਹੀਂ ਫੌਜ ਲੈ ਗਏ ਇਹ ਇੰਡੋਨੇਸ਼ੀਆ ਤੱਕ। ਉੱਥੇ ਜਾ ਕੇ ਇਹਨਾਂ ਨੂੰ ਹਰਾਤਾ। ਸ਼੍ਰੀ ਵਿਜਯਾ ਰਾਜਾ ਸੀ ਇੰਡੋਨੇਸ਼ੀਆ ਦਾ। ਕਦਰਮ ਵੀ ਕਹਿੰਦੇ ਸੀ। ਸਮੁੰਦਰੀ ਮੁਹਿੰਮ ਲੈ ਕੇ ਗਏ ਰਾਜੇਂਦਰ ਚੋਲਾ ਇੱਥੋਂ। ਅਤੇ ਮੁਹਿੰਮ ਦਾ ਅਸਲ ਉਦੇਸ਼ ਕੀ ਸੀ, ਇਸ ਬਾਰੇ ਜਾਣਕਾਰੀ ਬਹੁਤੀ ਨਹੀਂ ਹੈ। ਇਹ ਨਹੀਂ ਪਤਾ ਵੀ ਉਹਨਾਂ ਨੇ ਐਗਜ਼ੈਕਟ ਕੀ ਏਮ ਲੈ ਕੇ ਇੰਨੀ ਦੂਰ ਤੱਕ ਸੈਨਾ ਲੈ ਕੇ ਗਏ, ਪਰ ਇੰਨਾ ਜ਼ਰੂਰ ਹੈ ਕਿ ਸੈਨਾ ਲੈ ਕੇ ਗਏ ਤੇ ਉੱਥੇ ਕੁਝ ਸਮੇਂ ਲਈ ਆਪਣਾ ਕਬਜ਼ਾ ਵੀ ਕੀਤਾ। ਇਸ ਦਾ ਉਦੇਸ਼ ਜੋ ਵੀ ਸੀ, ਪਰ ਜਲ ਸੈਨਾ ਇਹ ਮੁਹਿੰਮ ਪੂਰੀ ਤਰ੍ਹਾਂ ਸਫਲ ਰਹੀ ਸੀ। ਜਲ ਸੈਨਾ ਦੀ ਇਹ ਮੁਹਿੰਮ ਪੂਰੀ ਤਰ੍ਹਾਂ ਸਫਲ ਰਹੀ ਸੀ। ਇਹਨਾਂ ਨੇ ਜਾ ਕੇ ਉੱਥੇ ਜਿੱਤਾਂ ਪ੍ਰਾਪਤ ਕੀਤੀਆਂ। ਚੋਲ ਫੌਜਾਂ ਨੇ ਕਈ ਥਾਵਾਂ ਤੇ ਕਬਜ਼ਾ ਵੀ ਕਰ ਲਿਆ ਸੀ। ਠੀਕ ਹੈ ਜੀ, ਪਰ ਇਹ ਸਿਰਫ ਅਸਥਾਈ ਸੀ, ਮਤਲਬ ਪਰਮਾਨੈਂਟ ਕਬਜ਼ਾ ਨਹੀਂ ਸੀ। ਗਏ, ਹਰਾਇਆ ਤੇ ਕਬਜ਼ਾ ਕਰ ਲਿਆ ਤੇ ਬਾਅਦ ਵਿੱਚ ਵਾਪਸ ਆ ਗਏ। ਅਤੇ ਇਹਨਾਂ ਸਥਾਨਾਂ ਦੇ ਕਿਸੇ ਵੀ ਸਥਾਈ ਕਬਜ਼ੇ ਬਾਰੇ ਸੋਚਿਆ ਵੀ ਨਹੀਂ ਗਿਆ ਸੀ। ਤਾਂ ਦੇਖਣ ਨੂੰ ਇਹ ਵੀ ਲੱਗਦਾ ਹੈ ਕਿ ਚੋਲ ਸਾਮਰਾਜ ਦੀ ਆਪਣੀ ਨੀਤੀ ਵੀ ਇਹ ਨਹੀਂ ਸੀ ਕਿ ਅਸੀਂ ਇੱਥੇ ਪਰਮਾਨੈਂਟ ਰੂਲ ਕਰਨਾ ਆ। ਹੁਣ ਐਗਜ਼ੈਕਟ ਕੀ ਏਮ ਸੀ ਉਹ ਨਹੀਂ ਪਤਾ। ਚਲੋ ਜੀ, ਕਹਿਣ ਦਾ ਮਤਲਬ ਇੰਡੋਨੇਸ਼ੀਆ ਤੱਕ ਜਿੱਤਾਂ ਪ੍ਰਾਪਤ ਕੀਤੀਆਂ। ਰਾਜੇਂਦਰ ਪਹਿਲੇ ਨੇ ਸਾਰੀਆਂ ਬਗਾਵਤਾਂ ਨੂੰ ਨੱਪ ਦਿੱਤਾ ਸੀ ਅਤੇ ਆਪਣੇ ਸਾਮਰਾਜ ਨੂੰ ਇਕਜੁੱਟ ਰੱਖਿਆ ਸੀ। ਇਹ ਵੀ ਗੱਲ ਹੈ, ਬਗਾਵਤਾਂ ਜਿੰਨੀਆਂ ਹੋਈਆਂ ਜਗ੍ਹਾ ਤੋਂ, ਦੇਖੋ ਤੁਸੀਂ ਦੂਸਰੇ ਮੁਲਕਾਂ ਨੂੰ ਜਿੱਤ ਲੈਂਦੇ ਆ, ਪਰ ਉਹ ਕੀ ਕਰਦੇ ਆ? ਬਗਾਵਤ ਵੀ ਕਰਦੇ ਆ ਆਪਣਾ ਰਾਜ ਭਾਗ ਵਾਪਸ ਲੈਣ ਲਈ। ਤਾਂ ਰਾਜੇਂਦਰ ਪਹਿਲੇ ਨੇ ਸਾਰੀਆਂ ਬਗਾਵਤਾਂ ਨੂੰ ਨੱਪ ਵੀ ਦਿੱਤਾ ਸੀ ਤੇ ਆਪਣੇ ਸਾਮਰਾਜ ਨੂੰ ਇਕਜੁੱਟ ਵੀ ਰੱਖਿਆ ਸੀ, ਖਿਲੜ ਨਹੀਂ ਸੀ ਜਿੱਤਾ। ਠੀਕ। ਰਾਜੇਂਦਰ ਪਹਿਲੇ ਦੀ ਮੌਤ ਦੇ ਸਮੇਂ ਚੋਲ ਸਾਮਰਾਜ ਦੀ ਹੱਦ ਆਪਣੇ ਸਿਖਰ ਤੇ ਸੀ। ਠੀਕ, ਉਸ ਸਮੇਂ ਚੋਲ ਸਾਮਰਾਜ ਬਹੁਤ ਜ਼ਿਆਦਾ ਏਰੀਆ ਤੱਕ ਫੈਲ ਚੁੱਕਾ ਸੀ। ਤੁੰਗਭਦਰਾ ਨਦੀ ਉੱਤਰੀ ਸੀਮਾ ਸੀ, ਇਹ ਅਸੀਂ ਪੜ੍ਹਿਆ। ਤੁੰਗਭਦਰਾ ਨਦੀ ਕਿਹਨਾਂ ਦੇ ਵਿਚਕਾਰ? ਇਹਦਾ ਤੁਹਾਡੇ ਚਾਲੁਕਿਆਂ ਦੇ ਨਾਲ ਬਾਉਂਡਰੀ ਹੋ ਗਈ। ਉੱਤਰ ਦੀ ਸੀਮਾ ਸੀ ਤੁੰਗਭਦਰਾ। ਪਾਂਡਿਆ, ਕੇਰਲ ਅਤੇ ਮੈਸੂਰ ਖੇਤਰ ਅਤੇ ਸ਼੍ਰੀਲੰਕਾ ਵੀ ਸਾਮਰਾਜ ਦਾ ਹਿੱਸਾ ਬਣ ਗਏ ਸਨ। ਕੇਰਲਾ ਕਿਹੜਾ?
ਚੇਰਾ ਸਾਮਰਾਜ, ਕੇਰਲਾ ਵਾਲਾ ਏਰੀਆ ਵੀ ਇਹਨਾਂ ਦੇ ਅੰਦਰ ਆ ਗਿਆ ਸੀ। ਉਸਨੇ ਆਪਣੀ ਧੀ ਅਮਾਂਗਾ ਦੇਵੀ ਨੂੰ ਵੇਂਗੀ ਚਾਲੁਕਿਆ ਰਾਜਕੁਮਾਰ ਨੂੰ ਦੇ ਦਿੱਤਾ ਅਤੇ ਅੱਗੇ ਉਸਦੇ ਪਿਤਾ ਦੁਆਰਾ ਸ਼ੁਰੂ ਕੀਤੇ ਵਿਆਹੁਤਾ ਗੱਠਜੋੜ ਨੂੰ ਜਾਰੀ ਰੱਖਿਆ। ਇਹ ਵੀ ਗੱਲ ਹੈ ਜੀ, ਇਹਨੇ ਵੀ ਕੋਸ਼ਿਸ਼ ਕੀਤੀ ਮੈਟਰੀਮੋਨੀਅਲ ਅਲਾਇੰਸ ਅੱਗੇ ਵਧਾਉਣ ਦੀ। ਰਾਜੇਂਦਰ ਵੰਸ਼ ਨੇ ਕਈ ਸਿਰਲੇਖਾਂ ਨੂੰ ਗ੍ਰਹਿਣ ਕੀਤਾ। ਸਭ ਤੋਂ ਮਸ਼ਹੂਰ ਮੁਦੀਕੋਂਡਨ, ਗੰਗਾਈਕੋਂਡਨ, ਕਦਾਰਮਕੋਂਡਨ ਅਤੇ ਪੰਡਿਤਾ ਚੋਲਨ ਵਗੈਰਾ ਸੀ। ਇਹ ਤੁਸੀਂ ਆਹ ਗੰਗਾਈਕੋਂਡਨ ਤੋਂ ਹੀ ਯਾਦ ਕਰ ਲੈਣਾ ਜੀ। ਗੰਗਾਈਕੋਂਡਾ ਚੋਲਾਪੁਰਮ ਦਾ ਸੰਸਥਾਪਕ ਕੌਣ ਸੀ? ਰਾਜੇਂਦਰ ਵੰਸ਼। ਤਾਂ ਗੰਗਾਈਕੋਂਡਨ ਕਿਹੜਾ ਨਾਮ ਹੋ ਗਿਆ? ਰਾਜੇਂਦਰ ਦਾ। ਆਪਣੇ ਪਿਤਾ ਵਾਂਗ ਉਹ ਵੀ ਇੱਕ ਸ਼ਰਧਾਲੂ ਸ਼ੈਵ ਸੀ, ਸ਼ਿਵਜੀ ਦਾ ਪੁਜਾਰੀ ਸੀ ਅਤੇ ਨਵੀਂ ਰਾਜਧਾਨੀ ਗੰਗਾਈਕੋਂਡਾ ਚੋਲਾਪੁਰਮ ਵਿੱਚ ਸ਼ਿਵਜੀ ਲਈ ਇੱਕ ਮੰਦਰ ਬਣਵਾਇਆ ਸੀ। ਗੱਲ ਭਾਵੇਂ ਗੰਗਾਈਕੋਂਡਾ ਚੋਲਾਪੁਰਮ ਦੀ ਹੋਵੇ, ਗੱਲ ਭਾਵੇਂ ਬ੍ਰਿਹਦੀਸ਼ਵਰਾ ਟੈਂਪਲ ਦੀ ਹੋਵੇ, ਮੰਦਰ ਦੀ ਹੋਵੇ, ਉੱਥੇ ਜੇ ਤੁਹਾਨੂੰ ਪੁੱਛਿਆ ਜਾਵੇ ਵੀ ਇਹ ਕਿਹੜੇ ਭਗਵਾਨ ਨੂੰ ਸਮਰਪਿਤ ਮੰਦਰ ਸੀ ਤਾਂ ਉਹ ਸੀ ਜੀ ਸ਼ਿਵਜੀ। ਉਸਨੇ ਇਸ ਮੰਦਰ ਅਤੇ ਚਿਦੰਬਰਮ ਦੇ ਭਗਵਾਨ ਨਟਰਾਜ ਮੰਦਰ ਨੂੰ ਉਦਾਰ ਦਾਨ ਦਿੱਤਾ। ਗੰਗਾਈਕੋਂਡਾ ਚੋਲਾਪੁਰਮ ਹਨਾ, ਇੱਥੇ ਜਿਹੜਾ ਮੰਦਰ ਸੀ ਉਹਨੂੰ ਵੀ, ਚਿਦੰਬਰਮ ਦੇ ਜਿਹੜਾ ਮੰਦਰ ਆ ਉੱਥੇ ਨਟਰਾਜ ਭਗਵਾਨ ਦਾ ਮੰਦਰ ਆ, ਨਟਰਾਜ, ਇਹਨਾਂ ਨੂੰ ਵੀ ਕਾਫੀ ਦਾਨ ਪੁੰਨ ਦਿੱਤਾ। ਕਹਿਣ ਦਾ ਮਤਲਬ ਮੰਦਿਰਾਂ ਨੂੰ ਵੀ ਕਾਫੀ ਦਾਨ ਦਿੱਤਾ। ਉਹ ਵੈਸ਼ਨਵ ਅਤੇ ਬੋਧੀ ਸੰਪਰਦਾਵਾਂ ਪ੍ਰਤੀ ਵੀ ਸਹਿਣਸ਼ੀਲ ਸੀ। ਕੁਐਸਚਨ ਆ ਸਕਦਾ ਕਿ ਉਹ ਬੋਧੀ ਸੰਪਰਦਾ ਦੇ ਵਿਰੁੱਧ ਸੀ? ਨਹੀਂ, ਚਾਹੇ ਉਹ ਸ਼ੈਵਾਇਟ ਸੀ, ਸ਼ਿਵਜੀ ਦਾ ਪੁਜਾਰੀ ਸੀ, ਸ਼ਿਵਜੀ ਲਈ ਮੰਦਰ ਬਣਾਏ, ਪਰ ਉਹ ਵੈਸ਼ਨਵਾਈਟ ਮਤਲਬ ਵਿਸ਼ਨੂੰ ਦੇ ਭਗਤ ਤੇ ਬੋਧੀ ਸੰਪਰਦਾਵਾਂ ਦੇ ਪ੍ਰਤੀ ਵੀ ਕਾਫੀ ਸਹਿਣਸ਼ੀਲ ਸੀ। ਕੌਣ? ਰਾਜੇਂਦਰ। ਰਾਜਾ ਵੀ ਤੇ ਰਾਜੇਂਦਰ ਵੀ। ਠੀਕ ਹੈ ਜੀ, ਇਹ ਗੱਲਾਂ ਹੋ ਗਈਆਂ। ਬਾਕੀ ਨੈਕਸਟ ਕਲਾਸ 'ਚ ਕਰਦੇ ਹਾਂ। ਅੱਜ ਲਈ ਇੰਨਾ ਹੀ। ਸ਼ੁਕਰੀਆ ਜੀ, ਸਤਿ ਸ਼੍ਰੀ ਅਕਾਲ।